विद्यार्थियों, आप सबका स्वागत है। आई एम संदीप कौर, इंग्लिश मिस्ट्रेस फ्रॉम गवर्नमेंट मिडिल स्कूल, किशनपुरा, डिस्ट्रिक्ट अमृतसर। डियर स्टूडेंट्स, इतिहास ਦੇ ਵਿੱਚ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕਰਦੇ ਸਮੇਂ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਕੋਈ ਮੂਵੀ, ਫਿਲਮ ਜਾਂ ਨਾਟਕ ਦੇਖ ਰਹੇ ਹੋਈਏ। ਜਿਵੇਂ ਕਿਸੇ ਨਾਟਕ ਜਾਂ ਫਿਲਮ ਵਿੱਚ ਅੱਗੇ ਕੀ ਹੋਇਆ, ਫਿਰ ਕੀ ਹੋਇਆ, ਕੌਣ ਜਿੱਤਿਆ, ਕੌਣ ਹਾਰਿਆ, ਇਹ ਜਾਣਨ ਦੀ ਕਿਉਰਿਓਸਿਟੀ ਬਣੀ ਰਹਿੰਦੀ ਹੈ। ਅਸੀਂ ਉਤਸੁਕ ਰਹਿੰਦੇ ਹਾਂ ਇਹ ਜਾਣਨ ਲਈ ਕਿ ਕੀ ਹੋਇਆ, ਫਿਰ ਉਸ ਤੋਂ ਬਾਅਦ ਕੀ ਹੋਇਆ। ਸੋ ਉਸੇ ਤਰ੍ਹਾਂ ਨਾਲ ਅਸੀਂ 3 ਭਾਗ ਕਰ ਚੁੱਕੇ ਹਾਂ ਤੇ ਅੱਜ ਅਸੀਂ ਚੌਥਾ ਭਾਗ 8ਵੀਂ ਜਮਾਤ ਦੇ ਪਾਠ 1857 ਈਸਵੀ ਦਾ ਵਿਦਰੋਹ ਕਰਾਂਗੇ। ਪਿਆਰੇ ਵਿਦਿਆਰਥੀਓ, ਮੈਨੂੰ ਪਤਾ ਹੈ ਕਿ ਤੁਸੀਂ ਅੱਜ ਵੀ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਵਾਲੇ ਮਾਈਂਡ ਟਾਸਕ ਦੀ ਵੇਟ ਕਰ ਰਹੇ ਹੋ, ਪਰ ਅੱਜ ਪਾਠ ਦੇ ਦੌਰਾਨ ਹੀ ਅਸੀਂ ਬਹੁਤ ਸਾਰੀਆਂ ਮਾਈਂਡ ਟਾਸਕ ਐਕਟੀਵਿਟੀਜ਼ ਕਰਨ ਵਾਲੇ ਹਾਂ। ਸੋ ਭਾਗ ਪਹਿਲਾ, ਭਾਗ ਦੂਜਾ ਅਤੇ ਭਾਗ ਤੀਸਰੇ ਵਿੱਚ ਅਸੀਂ 1857 ਈਸਵੀ ਦੇ ਵਿਦਰੋਹ ਬਾਰੇ, ਉਹਨਾਂ ਦੇ ਕਾਰਨਾਂ ਬਾਰੇ, ਰਾਜਨੀਤਿਕ, ਸਮਾਜਿਕ, ਆਰਥਿਕ, ਸੈਨਿਕ, ਤਤਕਾਲੀਨ ਅਤੇ ਮੁੱਖ ਘਟਨਾਵਾਂ ਜਿਵੇਂ ਕਿ ਬੈਰਕਪੁਰ ਦੀ ਘਟਨਾ, ਮੇਰਠ ਦੀ, ਦਿੱਲੀ, ਕਾਨਪੁਰ, ਝਾਂਸੀ, ਲਖਨਊ, ਅਵਧ ਅਤੇ ਪੰਜਾਬੀਆਂ ਦੇ ਯੋਗਦਾਨ ਬਾਰੇ ਵਿਸਥਾਰ ਵਿੱਚ ਪੜ੍ਹ ਚੁੱਕੇ ਹਾਂ। ਬਹੁਤ ਵਧੀਆ ਢੰਗ ਨਾਲ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ ਔਰ ਅੱਜ ਅਸੀਂ ਹੁਣ ਮਾਈਂਡ ਟਾਸਕ ਐਕਟੀਵਿਟੀਜ਼ ਦੇ ਥਰੂ ਉਹ ਸਾਰੀਆਂ ਹੀ ਘਟਨਾਵਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਇੱਕ ਵਾਰ ਫਿਰ ਦੁਹਰਾ ਲਵਾਂਗੇ ਤਾਂ ਕਿ ਉਹ ਸਾਨੂੰ ਯਾਦ ਰਹਿਣ। ਸੋ ਸਭ ਤੋਂ ਪਹਿਲਾਂ ਮਾਈਂਡ ਟਾਸਕ ਹੈ ਹੇਠ ਦਿੱਤੀਆਂ ਤਸਵੀਰਾਂ ਨੂੰ ਪਹਿਚਾਨੋ। ਹਾਂਜੀ ਪਿਆਰੇ ਵਿਦਿਆਰਥੀਓ, ਸੋ ਪਹਿਲੇ ਨੰਬਰ 'ਤੇ ਇੱਕ ਤਸਵੀਰ ਹੈ, ਇਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਹਾਂਜੀ, ਤੁਹਾਡਾ ਜਵਾਬ ਮੈਨੂੰ ਲੱਗਦਾ ਹੈ ਕਿ ਬਿਲਕੁਲ ਠੀਕ ਹੈ, ਤੁਸੀਂ ਪਹਿਚਾਨ ਗਏ ਹੋ। ਇਹ ਤਸਵੀਰ ਮੰਗਲ ਪਾਂਡੇ ਦੀ ਹੈ, ਜੋ ਇਸ ਵਿਦਰੋਹ ਦਾ ਹੀਰੋ ਜਾਂ ਫਿਰ ਪਹਿਲਾ ਸ਼ਹੀਦ ਕਹਿੰਦੇ ਹਾਂ ਅਸੀਂ। ਸੋ ਇਹ ਮੰਗਲ ਪਾਂਡੇ ਦੀ ਤਸਵੀਰ ਹੈ। ਹਾਂਜੀ, ਦੂਸਰੀ ਤਸਵੀਰ ਦੇਖੋ, ਧਿਆਨ ਨਾਲ ਦੇਖੋ, ਸੋਚੋ ਤੇ ਫਿਰ ਜਵਾਬ ਦਿਓ ਔਰ ਮੈਨੂੰ ਲੱਗਦਾ ਹੈ ਕਿ ਇਸ ਦਾ ਜਵਾਬ ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਚੁੱਕਿਆ ਹੈ, ਕਿਉਂਕਿ ਪਿੱਛੇ ਤੁਸੀਂ ਬੱਚੇ ਨੂੰ ਦੇਖ ਕੇ, ਛੋਟੇ ਬੱਚੇ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਹੈ ਕਿ ਇਹ ਤਸਵੀਰ ਰਾਣੀ ਲక్ష్ਮੀ ਬਾਈ ਜੀ ਦੀ ਹੈ ਤੇ ਤੁਹਾਡਾ ਜਵਾਬ ਬਿਲਕੁਲ ਸਹੀ ਹੈ, ਰਾਣੀ ਲక్ష్ਮੀ ਬਾਈ।
ਅਗਲੀ ਤਸਵੀਰ ਨੂੰ ਧਿਆਨ ਨਾਲ ਦੇਖੋ। ਸੋ ਮੈਨੂੰ ਲੱਗਦਾ ਹੈ ਤੁਸੀਂ ਧਿਆਨ ਦੇ ਰਹੇ ਹੋ। ਕੁਝ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਇਹ ਤਸਵੀਰ ਕਿਹਨਾਂ ਦੀ ਹੈ। ਚਲੋ ਠੀਕ ਹੈ, ਤੁਹਾਨੂੰ ਦੱਸਦੇ ਹਾਂ। ਇਹ ਤਸਵੀਰ ਤਾਂਤੀਆ ਟੋਪੇ ਜੀ ਦੀ ਹੈ। ਤਾਂਤੀਆ ਟੋਪੇ ਜੀ ਦੀ। ਪਿਆਰੇ ਵਿਦਿਆਰਥੀਓ, ਅਗਲੀ ਤਸਵੀਰ ਦੇਖੋ, ਪਹਿਚਾਨੋ ਇਹ ਕੌਣ ਨੇ। ਹਾਂਜੀ, ਚੌਥੇ ਨੰਬਰ ਵਾਲੀ ਤਸਵੀਰ 'ਚ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਤਸਵੀਰ ਨਾਨਾ ਸਾਹਿਬ ਦੀ ਹੈ। ਤੁਹਾਡਾ ਜਵਾਬ ਬਿਲਕੁਲ ਸਹੀ ਹੈ। ਨਾਨਾ ਸਾਹਿਬ ਜੀ ਦੀ ਇਹ ਤਸਵੀਰ ਹੈ। ਅਗਲੀ ਤਸਵੀਰ ਵਿੱਚ ਧਿਆਨ ਦੇਵੋ ਜ਼ਰਾ। ਸਿਰ 'ਤੇ ਉਹਨਾਂ ਨੇ ਕੁਝ ਬਾਦਸ਼ਾਹ ਵਾਲਾ ਤਾਜ ਪਹਿਨਿਆ ਹੋਇਆ ਹੈ। ਹਾਂਜੀ, ਮੈਨੂੰ ਲੱਗਦਾ ਹੈ ਇਸ ਹਿੰਟ ਤੋਂ ਬਾਅਦ ਤੁਹਾਨੂੰ ਬਹੁਤ ਵਧੀਆ ਢੰਗ ਨਾਲ ਜਵਾਬ ਪਤਾ ਚੱਲ ਗਿਆ ਹੈ ਕਿ ਬਾਦਸ਼ਾਹ ਵਾਲਾ ਤਾਜ ਪਹਿਨਿਆ ਹੈ ਤਾਂ ਇਹ ਕੌਣ ਨੇ? ਬਹਾਦਰ ਸ਼ਾਹ ਜ਼ਫਰ। ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ। ਸੋ ਪਿਆਰੇ ਵਿਦਿਆਰਥੀਓ, ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਦਾ ਇਤਿਹਾਸ ਅਸੀਂ ਪੜ੍ਹ ਰਹੇ ਹਾਂ, ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਹਾਸਿਲ ਕਰ ਰਹੇ ਹਾਂ, ਉਹਨਾਂ ਦੀ ਪਹਿਚਾਣ ਵੀ ਸਾਨੂੰ ਹੋਵੇ। ਇਸ ਲਈ ਇਹਨਾਂ ਤਸਵੀਰਾਂ ਨੂੰ ਆਪਣੇ ਧਿਆਨ ਵਿੱਚ ਰੱਖੋ। ਅੱਗੇ ਵਿਦਿਆਰਥੀਓ, ਅਸੀਂ ਕੁਝ ਇੰਪੋਰਟੈਂਟ ਯਾਦ ਰੱਖਣ ਵਾਲੇ ਨੁਕਤੇ ਕਰਾਂਗੇ। ਹਾਂਜੀ, ਕੁਝ ਯਾਦ ਰੱਖਣ ਯੋਗ ਨੁਕਤੇ ਜਿਹੜੇ ਨੇ ਉਹਨਾਂ ਦੀ ਗੱਲ ਕਰਾਂਗੇ। ਸੋ ਬੀ ਅਟੈਂਟਿਵ, ਲਿਸਨ ਕੇਅਰਫੁਲੀ। ਅਤੇ ਪਿਆਰੇ ਵਿਦਿਆਰਥੀਓ, ਜੇ ਤੁਸੀਂ ਨੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਨੋਟ ਕਰੋ, ਕਿਉਂਕਿ ਇਹ ਜੋ ਨੁਕਤੇ ਅਸੀਂ ਪੜ੍ਹਨ ਜਾ ਰਹੇ ਹਾਂ, ਇਹ ਅਗਲੀਆਂ ਆਉਣ ਵਾਲੀਆਂ ਐਕਟੀਵਿਟੀਜ਼ ਵਿੱਚ ਤੁਹਾਡੇ ਬਹੁਤ ਕੰਮ ਆਉਣੇ ਹੈ। ਔਰ ਇਹ ਸਾਡੇ ਪਾਠ ਦੇ ਉਹ ਨੁਕਤੇ ਨੇ ਜਿਨ੍ਹਾਂ ਨੂੰ ਅਸੀਂ ਯਾਦ ਰੱਖਣਾ ਹੈ, ਬਹੁਤ ਹੀ ਪੱਕੇ ਢੰਗ ਨਾਲ ਆਪਣੇ ਦਿਮਾਗ 'ਚ ਬਿਠਾ ਕੇ ਰੱਖਣਾ ਹੈ। ਸੋ ਜੇ ਨੋਟ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਕਾਪੀਜ਼ 'ਤੇ ਨੋਟ ਕਰ ਸਕਦੇ ਹੋ। ਸੋ ਪਹਿਲਾ ਪੁਆਇੰਟ ਹੈ 1857 ਈਸਵੀ ਦੇ ਵਿਦਰੋਹ ਨੂੰ ਸੈਨਿਕ ਵਿਦਰੋਹ ਅਤੇ ਭਾਰਤੀ ਸੁਤੰਤਰਤਾ ਦਾ ਸੰਗਰਾਮ ਦਾ ਨਾਂ ਦਿੱਤਾ ਗਿਆ। ਹਾਂਜੀ, ਅਸੀਂ ਇਹ ਬਹੁਤ ਹੀ ਵਿਸਥਾਰ 'ਚ ਪੜ੍ਹਿਆ ਹੈ ਕਿ ਸੈਨਿਕ ਵਿਦਰੋਹ ਤੇ ਭਾਰਤੀ ਸੁਤੰਤਰਤਾ ਦਾ ਸੰਗਰਾਮ ਕਿਵੇਂ ਹੈ। 1857 ਈਸਵੀ ਦਾ ਵਿਦਰੋਹ। ਅੱਗੇ ਪੁਆਇੰਟ ਨੰਬਰ 2, ਇਸ ਵਿਦਰੋਹ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ, ਸੈਨਿਕ ਅਤੇ ਤਤਕਾਲੀ ਕਾਰਨ ਸਨ। ਸੋ ਤੁਹਾਨੂੰ ਯਾਦ ਹੀ ਹੈ ਕਿ ਅਸੀਂ ਬਹੁਤ ਵਿਸਥਾਰ 'ਚ ਇਹਨਾਂ ਦਾ ਅਧਿਐਨ ਕਰ ਚੁੱਕੇ ਹਾਂ। ਰਾਜਨੀਤਿਕ ਕਿਹੜੇ ਕਾਰਨ ਨੇ, ਸਮਾਜਿਕ ਕਿਹੜੇ ਨੇ, ਧਾਰਮਿਕ, ਆਰਥਿਕ, ਸੈਨਿਕ ਅਤੇ ਤਤਕਾਲੀ ਕਾਰਨ ਕਿਹੜੇ ਸਨ। ਕਿੰਨਾ ਕਾਰਨਾਂ ਕਰਕੇ ਇਹ ਵਿਦਰੋਹ ਜਿਹੜਾ ਹੈ ਉਹ ਉਤਸ਼ਾਹਿਤ ਹੋਇਆ ਅਤੇ ਅੰਗਰੇਜ਼ਾਂ ਦੇ ਖਿਲਾਫ ਭਾਰਤੀ ਲੋਕ ਇਕੱਠੇ ਹੋ ਕੇ ਆਵਾਜ਼ ਉਠਾਉਣ ਲਈ, ਸੰਘਰਸ਼ ਕਰਨ ਲਈ ਅੱਗੇ ਆਏ। ਉਸ ਤੋਂ ਅੱਗੇ ਪੁਆਇੰਟ ਨੰਬਰ 3, ਮੰਗਲ ਪਾਂਡੇ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਸੀ। ਹਾਂਜੀ, ਮੰਗਲ ਪਾਂਡੇ ਪਹਿਲਾ ਸ਼ਹੀਦ ਸੀ ਇਸ ਵਿਦਰੋਹ ਦਾ। ਚੌਥਾ, ਇਹ ਵਿਦਰੋਹ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਫੈਲ ਗਿਆ।
ਪੰਜਵਾਂ ਪੁਆਇੰਟ, ਅੰਗਰੇਜ਼ਾਂ ਨੇ ਭਾਰਤੀ ਰਾਜਿਆਂ ਦੀ ਮਦਦ ਨਾਲ ਅਤੇ ਆਪਣੀ ਸ਼ਕਤੀ ਨਾਲ ਇਸ ਵਿਦਰੋਹ ਨੂੰ ਦਬਾ ਦਿੱਤਾ। ਬਿਲਕੁਲ ਸਹੀ ਹੈ। ਕੁਝ ਉਹ ਆਪ ਸ਼ਕਤੀਸ਼ਾਲੀ ਸਨ, ਕੁਝ ਭਾਰਤੀ ਰਾਜਿਆਂ ਨੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ, ਮਦਦ ਕੀਤੀ, ਜਿਸ ਕਾਰਨ ਇਹ ਵਿਦਰੋਹ ਦਬ ਗਿਆ। ਅਗਲਾ ਪੁਆਇੰਟ ਹੈ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਅਤੇ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਹੋ ਗਿਆ। ਬਿਲਕੁਲ ਜੀ, ਵਪਾਰ ਕਰਨ ਆਏ ਈਸਟ ਇੰਡੀਆ ਕੰਪਨੀ ਦੇ ਥਰੂ ਉਹ ਸਭ ਖਤਮ ਕਰਕੇ ਪੂਰੀ ਤਰੀਕੇ ਨਾਲ ਭਾਰਤ 'ਤੇ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਹੋ ਗਿਆ ਸੀ। ਨੈਕਸਟ ਪੁਆਇੰਟ ਹੈ, ਗਵਰਨਰ ਜਨਰਲ ਨੂੰ ਵਾਇਸਰਾਏ ਦੀ ਉਪਾਧੀ ਦਿੱਤੀ ਗਈ। 8th ਪੁਆਇੰਟ, ਅੰਗਰੇਜ਼ ਸਰਕਾਰ ਨੇ ਭਾਰਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ਦਾ ਵਿਸ਼ਵਾਸ ਦਿੱਤਾ। ਨੈਕਸਟ ਪੁਆਇੰਟ, ਭਾਰਤੀਆਂ 'ਤੇ ਵਪਾਰਕ ਬੰਦਸ਼ਾਂ ਲੱਗ ਗਈਆਂ। 10th ਪੁਆਇੰਟ, ਹੁਣ ਅੰਗਰੇਜ਼ਾਂ ਨੇ ਪਾੜੋ ਅਤੇ ਰਾਜ ਕਰੋ, ਪਾੜੋ ਅਤੇ ਰਾਜ ਕਰੋ ਦੀ ਨੀਤੀ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਤੋਂ, ਇਸ ਵਿਦਰੋਹ ਤੋਂ ਅੰਗਰੇਜ਼ਾਂ ਨੂੰ ਭਾਰਤੀਆਂ ਦੀਆਂ ਕਈ ਕਮਜ਼ੋਰੀਆਂ ਦਾ ਪਤਾ ਲੱਗਾ। ਉਹਨਾਂ ਨੂੰ ਪਤਾ ਲੱਗਾ ਕਿ ਪਾੜੋ ਅਤੇ ਰਾਜ ਕਰੋ, ਡਿਵਾਈਡ ਐਂਡ ਰੂਲ, ਇਹ ਪਾਲਿਸੀ ਕਾਮਯਾਬ ਹੈਗੀ ਏ। ਇੱਥੇ ਭਾਰਤ ਦੇ ਵਿੱਚ ਇਸ ਪਾਲਿਸੀ ਨਾਲ ਬਹੁਤ ਸ਼ਾਸਨ ਕੀਤਾ ਜਾ ਸਕਦਾ ਹੈ। ਨੈਕਸਟ ਪੁਆਇੰਟ, ਭਾਵੇਂ ਇਹ ਵਿਦਰੋਹ ਸਫਲ ਨਾ ਹੋਇਆ, ਪਰ ਦੇਸ਼ ਦੀ ਆਜ਼ਾਦੀ ਲਈ ਸਹਾਇਕ ਸਿੱਧ ਹੋਇਆ। ਸੋ ਦੇਸ਼ ਦੀ ਆਜ਼ਾਦੀ ਲਈ ਇਹ ਬਹੁਤ ਸਹਾਇਕ ਸਿੱਧ ਹੋਇਆ, ਕਿਉਂਕਿ ਭਾਰਤੀ ਲੋਕ, ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਆਈ, ਇੱਕ ਵਿਸ਼ਵਾਸ ਬਣਿਆ ਕਿ ਅਸੀਂ ਵੀ ਅੰਗਰੇਜ਼ਾਂ ਖਿਲਾਫ ਲੜ ਸਕਦੇ ਹਾਂ, ਵਿਦਰੋਹ ਕਰ ਸਕਦੇ ਹਾਂ ਅਤੇ ਖੜੇ ਹੋ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਅੱਗੇ ਕੁਝ ਖਾਲੀ ਥਾਵਾਂ ਭਰੋ ਕਰਨ ਜਾ ਰਹੇ ਹਾਂ। ਸੋ ਤੁਸੀਂ ਧਿਆਨ ਨਾਲ ਸੁਣਨਾ, ਸੋਚਣਾ, ਸਮਝਣਾ ਤੇ ਫਿਰ ਜਵਾਬ ਦੇਣਾ। ਸੋ ਪਹਿਲਾ ਖਾਲੀ ਸਥਾਨ ਭਰੋ ਹੈ, ਕਾਰਤੂਸਾਂ 'ਤੇ ਗਊ ਅਤੇ ਡੈਸ਼ ਦੇ ਮਾਸ ਦੀ ਚਰਬੀ ਲੱਗੀ ਹੁੰਦੀ ਸੀ। ਹਾਂਜੀ, ਜਵਾਬ ਤੁਹਾਨੂੰ ਪਤਾ ਹੈ ਤੇ ਤੁਹਾਡਾ ਜਵਾਬ ਬਿਲਕੁਲ ਸਹੀ ਹੈ। ਇਹ ਅਸੀਂ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ। ਕਾਰਤੂਸਾਂ 'ਤੇ ਗਊ ਅਤੇ ਸੂਰ ਦੇ ਮਾਸ ਦੀ ਚਰਬੀ ਲੱਗੀ ਹੁੰਦੀ ਸੀ। ਅੱਗੇ ਦੂਸਰੀ ਖਾਲੀ ਥਾਂ, ਲਾਰਡ ਡੈਸ਼ ਦੀ ਲੈਪਸ ਦੀ ਨੀਤੀ ਅਨੁਸਾਰ ਬਹੁਤ ਸਾਰੇ ਭਾਰਤੀ ਰਾਜ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਏ ਗਏ। ਸੋ ਲਾਰਡ ਡੈਸ਼ ਦੀ ਲੈਪਸ ਦੀ ਨੀਤੀ ਅਨੁਸਾਰ ਬਹੁਤ ਸਾਰੇ ਭਾਰਤੀ ਰਾਜ ਜਿਹੜੇ ਸਨ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰ ਲਏ ਗਏ ਸਨ। ਹਾਂਜੀ, ਉਹ ਕਿਹੜਾ ਲਾਰਡ ਸੀ? ਬਿਲਕੁਲ ਸਹੀ ਜਵਾਬ ਹੈ ਤੁਹਾਡਾ, ਲਾਰਡ ਡਲਹੌਜ਼ੀ। ਲਾਰਡ ਡਲਹੌਜ਼ੀ ਨੇ ਲੈਪਸ ਦੀ ਨੀਤੀ ਲਾਗੂ ਕੀਤੀ ਸੀ। ਤੀਸਰੀ ਬਲੈਂਕ ਹੈ, ਸਭ ਤੋਂ ਪਹਿਲਾਂ ਇਹ ਵਿਦਰੋਹ ਡੈਸ਼ ਤੋਂ ਸ਼ੁਰੂ ਹੋਇਆ। ਬਹੁਤ ਹੀ ਆਸਾਨ ਹੈ ਔਰ ਮੈਨੂੰ ਪਤਾ ਹੈ ਕਿ ਤੁਸੀਂ ਆਨਸਰ ਕਰ ਦਿੱਤਾ ਹੈ ਔਰ ਤੁਹਾਡਾ ਜਵਾਬ ਠੀਕ ਹੈ। ਸਭ ਤੋਂ ਪਹਿਲਾਂ ਇਹ ਵਿਦਰੋਹ ਬੈਰਕਪੁਰ ਤੋਂ ਸ਼ੁਰੂ ਹੋਇਆ। ਅਗਲੀ ਬਲੈਂਕ ਹੈ, ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ਡੈਸ਼ ਸੀ। ਹਾਂਜੀ, ਤੁਹਾਨੂੰ ਯਾਦ ਹੈ ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ਤਾਂਤੀਆ ਟੋਪੇ ਸੀ। ਅਗਲੀ
ਖਾਲੀ ਥਾਂ। ਭਾਰਤੀ ਸੈਨਿਕਾਂ ਨੇ ਮੁਗਲ ਬਾਦਸ਼ਾਹ ਡੈਸ਼ ਨੂੰ ਆਪਣਾ ਬਾਦਸ਼ਾਹ ਐਲਾਨ ਕਰ ਦਿੱਤਾ। ਹਾਂਜੀ, ਕਿਹੜੇ ਬਾਦਸ਼ਾਹ ਨੂੰ? ਤੁਹਾਨੂੰ ਬਿਲਕੁਲ ਪੂਰੀ ਤਰ੍ਹਾਂ ਨਾਲ ਧਿਆਨ ਹੈ। ਅਸੀਂ ਉਹਨਾਂ ਦੀ ਫੋਟੋ ਵੀ ਦੇਖੀ ਹੈ ਪਹਿਲੀ ਐਕਟੀਵਿਟੀ 'ਚ। ਬਹਾਦਰ ਸ਼ਾਹ ਜ਼ਫਰ। ਤੁਹਾਡਾ ਜਵਾਬ ਬਿਲਕੁਲ ਸਹੀ ਹੈ। ਭਾਰਤੀ ਸੈਨਿਕਾਂ ਨੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਆਪਣਾ ਬਾਦਸ਼ਾਹ ਐਲਾਨ ਕਰ ਦਿੱਤਾ। ਸੋ ਪਿਆਰੇ ਵਿਦਿਆਰਥੀਓ, ਹੁਣ ਹੋਰ ਜ਼ਿਆਦਾ ਧਿਆਨ ਨਾਲ ਸੁਣੋ। ਬਹੁਤ ਹੀ ਇੰਟਰਸਟਿੰਗ ਕੁਝ ਵਾਕ ਨੇ ਜੋ ਮੈਂ ਬੋਲਾਂਗੀ ਔਰ ਤੁਸੀਂ ਇਹ ਦੱਸਣਾ ਹੈ ਕਿ ਉਹ ਸਹੀ ਨੇ ਜਾਂ ਗਲਤ ਨੇ। ਸੋ ਥਿੰਕ ਐਂਡ ਸਪੀਕ। ਲਿਸਨ, ਥਿੰਕ ਐਂਡ ਸਪੀਕ। ਧਿਆਨ ਨਾਲ ਸੁਣੋ, ਸੋਚੋ ਤੇ ਫਿਰ ਦੱਸਣਾ। ਪਹਿਲਾ ਵਾਕ ਹੈ, ਭਾਰਤੀਆਂ ਨੂੰ ਉੱਚੇ ਅਹੁਦਿਆਂ ਤੇ ਲਗਾਇਆ ਜਾਂਦਾ ਸੀ। ਬਿਲਕੁਲ ਸਹੀ ਜਵਾਬ ਹੈ ਤੁਹਾਡਾ ਕਿ ਭਾਰਤੀਆਂ ਨੂੰ ਉੱਚੇ ਅਹੁਦਿਆਂ ਤੇ ਲਗਾਇਆ ਜਾਂਦਾ ਸੀ। ਇਹ ਵਾਕ ਗਲਤ ਹੈ। ਅਗਲਾ ਹੈ, ਤੁਹਾਡਾ ਜਵਾਬ ਸਹੀ ਹੈ ਪਰ ਇਹ ਗਲਤ ਹੈ। ਭਾਰਤੀਆਂ ਨੂੰ ਨੀਵੇਂ ਅਹੁਦਿਆਂ ਤੇ ਲਗਾਇਆ ਜਾਂਦਾ ਸੀ। ਅਗਲਾ ਜਵਾਬ ਹੈ, ਅਗਲਾ ਵਾਕ ਹੈ, ਭਾਰਤੀਆਂ ਨਾਲ ਵਧੀਆ ਸਲੂਕ ਕੀਤਾ ਜਾਂਦਾ ਸੀ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਭਾਰਤੀਆਂ ਨਾਲ ਵਧੀਆ ਸਲੂਕ ਨਹੀਂ ਕੀਤਾ ਜਾਂਦਾ ਸੀ। ਸੋ ਇਹ ਵਾਕ ਵੀ ਗਲਤ ਹੈ। ਅਗਲਾ ਵਾਕ ਧਿਆਨ ਨਾਲ ਸੁਣੋ। ਅੰਗਰੇਜ਼ਾਂ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ। ਹਾਂਜੀ, ਇਸ ਨੂੰ ਅਸੀਂ ਸਹੀ ਹੀ ਕਹਾਵਾਂਗੇ ਕਿਉਂਕਿ ਅੰਗਰੇਜ਼ਾਂ ਨੇ ਸਮਾਜ ਦੇ ਵਿੱਚ ਕੁਝ ਸੁਧਾਰ ਲੈ ਕੇ ਆਉਂਦੇ ਸਨ। ਅਗਲਾ ਵਾਕ ਹੈ, ਭਾਰਤੀ ਉਦਯੋਗ ਤੇ ਵਪਾਰ ਹੌਲੀ-ਹੌਲੀ ਨਸ਼ਟ ਹੋਣਾ ਸ਼ੁਰੂ ਹੋ ਗਿਆ। ਹਾਂਜੀ, ਤੁਸੀਂ ਆਰਥਿਕ ਕਾਰਨਾਂ ਦੇ ਵਿੱਚ ਇਸ ਨੂੰ ਪੜ੍ਹਿਆ ਸੀ ਔਰ ਤੁਹਾਨੂੰ ਯਾਦ ਹੈ। ਤੁਹਾਡਾ ਜਵਾਬ ਬਿਲਕੁਲ ਸਹੀ ਹੈ ਕਿ ਇਹ ਵਾਕ ਸਹੀ ਹੈ। ਭਾਰਤੀ ਉਦਯੋਗ ਤੇ ਵਪਾਰ ਜਿਹੜਾ ਸੀ ਉਹ ਨਸ਼ਟ ਹੋਣਾ ਸ਼ੁਰੂ ਹੋ ਗਿਆ ਸੀ। ਅਗਲਾ ਵਾਕ, ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ। ਹਾਂਜੀ, ਬਿਲਕੁਲ ਸਹੀ ਜਵਾਬ ਹੈ ਤੁਹਾਡਾ। ਇਹ ਵਾਕ ਸਹੀ ਹੈ। ਅੰਗਰੇਜ਼ਾਂ ਨੇ ਇਸ ਨੀਤੀ ਦੇ ਚਲਦੇ ਹੋਏ ਹੀ ਭਾਰਤ ਦੇ ਕਈ ਰਾਜ ਜਿਹੜੇ ਨੇ ਆਪਣੇ ਸਾਮਰਾਜ ਵਿੱਚ ਮਿਲਾ ਲਏ। ਪਾੜੋ ਤੇ ਰਾਜ ਕਰੋ, ਡਿਵਾਈਡ ਐਂਡ ਰੂਲ। ਹਾਂਜੀ ਪਿਆਰੇ ਵਿਦਿਆਰਥੀਓ, ਅਗਲਾ ਮਾਈਂਡ ਟਾਸਕ ਬਹੁਤ ਹੀ ਇੰਟਰਸਟਿੰਗ ਤੇ ਮਜ਼ੇਦਾਰ ਹੈ। ਤੁਸੀਂ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੈ ਇਸ ਤਰ੍ਹਾਂ ਦਾ ਮਾਈਂਡ ਮੈਪ ਆਪਣੀ ਕਾਪੀ 'ਤੇ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਸੀਂ ਜਿਹੜਾ ਟੌਪਿਕ ਹੈ ਉਹਨੂੰ ਵਿਚਕਾਰ ਲਿਖਣਾ ਹੈ। ਜਿਵੇਂ ਤੁਹਾਨੂੰ ਇੱਥੇ ਟੌਪਿਕ ਦਿੱਤਾ ਗਿਆ ਹੈ, 1857 ਈਸਵੀ ਦੀਆਂ ਮੁੱਖ ਘਟਨਾ, ਤੇ ਐਰੋਸ ਲਗਾ ਕੇ ਜਿਹੜੀਆਂ ਵੀ ਮੁੱਖ ਘਟਨਾ ਹੈ ਉਹ ਤੁਸੀਂ ਇਸ ਦੇ ਆਸੇ-ਪਾਸੇ ਲਿਖ ਦੇਣੀਆਂ ਹਨ। ਸੋ ਤੁਹਾਡੇ ਸਾਹਮਣੇ ਜਿਹੜਾ ਮਾਈਂਡ ਮੈਪ ਹੈ, ਇਸ ਦਾ ਟੌਪਿਕ 1857 ਈਸਵੀ ਦੀਆਂ ਮੁੱਖ ਘਟਨਾਵਾਂ। ਇਹ ਘਟਨਾਵਾਂ ਤੁਹਾਨੂੰ ਪਤਾ ਨੇ, ਤੁਹਾਨੂੰ ਪੂਰੀ ਤਰੀਕੇ ਯਾਦ ਨੇ। ਦਿੱਲੀ ਦੀ ਘਟਨਾ, ਕਾਨਪੁਰ ਦੀ ਘਟਨਾ, ਲਖਨਊ ਦੀ ਘਟਨਾ, ਝਾਂਸੀ ਦੀ, ਬੈਰਕਪੁਰ ਦੀ, ਮੇਰਠ ਦੀ, ਅਵਧ ਦੀ। ਸੋ ਤੁਸੀਂ ਇਹਨਾਂ ਘਟਨਾਵਾਂ ਨੂੰ ਲਿਖਦੇ ਹੋਏ ਇਸ ਮਾਈਂਡ ਮੈਪ ਨੂੰ ਪੂਰਾ ਕਰ ਸਕਦੇ ਹੋ। ਇਹ ਇੱਕ ਬਹੁਤ ਹੀ ਵਧੀਆ ਤੇ ਬਹੁਤ ਹੀ ਕ੍ਰੀਏਟਿਵ ਤਰੀਕਾ ਹੁੰਦਾ ਹੈ ਕਿਸੇ ਕਨਸੈਪਟ ਨੂੰ ਯਾਦ ਰੱਖਣ ਦਾ ਅਤੇ ਪ੍ਰੈਜ਼ੈਂਟ ਕਰਨ ਦਾ। ਸੋ ਪਿਆਰੇ ਵਿਦਿਆਰਥੀਓ, ਆਪਣੀਆਂ ਨੋਟਬੁੱਕਸ ਦੇ ਵਿੱਚ ਜ਼ਰੂਰ ਇਸ ਤਰੀਕੇ ਨਾਲ ਤੁਸੀਂ ਇਹ ਤੇ ਕੋਈ ਹੋਰ ਟੌਪਿਕ ਵੀ ਮਾਈਂਡ ਮੈਪ ਦੇ ਥਰੂ ਹਿੰਟਸ ਦੇ ਤੌਰ 'ਤੇ ਲਿਖ ਕੇ ਆਪਣੀ ਰਿਵੀਜ਼ਨ
ਦੁਹਰਾਈ ਕਰ ਸਕਦੇ ਹੋ। ਅੱਗੇ ਅਸੀਂ ਇੱਕ ਹੋਰ ਮਾਈਂਡ ਮੈਪ ਦੇਖਾਂਗੇ। ਇਹ ਮਾਈਂਡ ਮੈਪ ਦਿੱਤਾ ਗਿਆ ਹੈ ਮੇਰਠ ਦੀ ਘਟਨਾ। ਸੋ ਤੁਹਾਨੂੰ ਯਾਦ ਹੀ ਹੋਏਗਾ ਮੇਰਠ ਦੀ ਘਟਨਾ ਬਾਰੇ ਕਿ ਮੇਰਠ ਦੀ ਘਟਨਾ ਵਿੱਚ ਕੀ ਹੋਇਆ। ਉਸ ਦੇ ਕੁਝ ਮੇਨ ਪੁਆਇੰਟਸ ਤੁਸੀਂ ਹਿੰਟਸ ਦੇ ਤੌਰ 'ਤੇ ਇਸ ਮਾਈਂਡ ਮੈਪ ਦੇ ਵਿੱਚ ਲਿਖ ਸਕਦੇ ਹੋ। ਮੇਰਠ ਵਿੱਚ ਲਗਭਗ 85 ਭਾਰਤੀ ਸੈਨਿਕ ਜਿਹੜੇ ਸਨ, ਉਹਨਾਂ ਨੇ ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ। ਇਸ ਨਾਲ ਭਾਰਤੀ ਸੈਨਿਕ ਭੜਕ ਉੱਠੇ ਤੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਰਿਹਾ ਕਰਵਾ ਲਿਆ। ਉਹਨਾਂ ਨੇ ਅੰਗਰੇਜ਼ੀ ਅਫਸਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ ਸੀ ਤੇ ਉਹਨਾਂ ਦੇ ਘਰਾਂ ਨੂੰ ਵੀ ਸਾੜ ਦਿੱਤਾ ਸੀ। ਸੋ ਇਸ ਤਰੀਕੇ ਨਾਲ ਤੁਸੀਂ ਮੇਨ ਪੁਆਇੰਟਸ ਹਿੰਟਸ ਦੇ ਤੌਰ 'ਤੇ ਇਸ ਮਾਈਂਡ ਮੈਪ ਦੇ ਵਿੱਚ ਬੜੇ ਹੀ ਸੋਹਣੇ ਢੰਗ ਨਾਲ ਸ਼ਾਮਿਲ ਕਰਕੇ ਮੇਰਠ ਦੀ ਘਟਨਾ ਬਾਰੇ ਲਿਖ ਸਕਦੇ ਹੋ। ਸੋ ਪਿਆਰੇ ਵਿਦਿਆਰਥੀਓ, ਇੱਕ ਹੋਰ ਬੜਾ ਹੀ ਵਧੀਆ ਤੇ ਬੜਾ ਹੀ ਇੰਟਰਸਟਿੰਗ ਮਾਈਂਡ ਮੈਪ ਤੁਹਾਡੇ ਸਾਹਮਣੇ ਹੈ। ਬੈਰਕਪੁਰ ਦੀ ਘਟਨਾ ਦਾ ਮਾਈਂਡ ਮੈਪ। ਸੋ ਤੁਸੀਂ ਇਸ ਨੂੰ ਵੀ ਆਪਣੀ ਕਾਪੀ 'ਤੇ ਬਣਾਉਣਾ ਹੈ। ਤੁਸੀਂ ਘਟਨਾ ਦਾ ਨਾਮ ਵਿਚਕਾਰ ਲਿਖ ਸਕਦੇ ਹੋ। ਜੇ ਕੋਈ ਫੋਟੋ ਮੰਗਲ ਪਾਂਡੇ ਦੀ ਖੁਦ ਬਣਾ ਸਕਦੇ ਹੋ ਜਾਂ ਫਿਰ ਕੱਟ ਕੇ ਚਿਪਕਾ ਸਕਦੇ ਹੋ। ਮੰਗਲ ਪਾਂਡੇ ਦੀ ਫੋਟੋ ਕਿਉਂ ਵਿਚਕਾਰ ਹੈ? ਤੁਹਾਨੂੰ ਯਾਦ ਹੀ ਹੋਏਗਾ ਕਿ ਬੈਰਕਪੁਰ ਦੀ ਜਿਹੜੀ ਘਟਨਾ ਸੀ ਉਸ ਦੇ ਵਿੱਚ 1857 ਈਸਵੀ ਦਾ ਵਿਦਰੋਹ ਜਿਹੜਾ ਸੀ ਉਹ ਬੈਰਕਪੁਰ ਤੋਂ ਸ਼ੁਰੂ ਹੋਇਆ ਸੀ। ਇਹ ਲਿਖ ਸਕਦੇ ਹੋ ਤੁਸੀਂ ਕਿ ਇਹ ਬੈਰਕਪੁਰ ਤੋਂ ਹੀ ਸ਼ੁਰੂ ਹੋਇਆ। ਇਸ ਵਿਦਰੋਹ ਦੀ ਅਗਵਾਈ ਮੰਗਲ ਪਾਂਡੇ ਨੇ ਕੀਤੀ ਸੀ। ਮੰਗਲ ਪਾਂਡੇ ਨੇ ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੋਰ ਸੈਨਿਕਾਂ ਨੂੰ ਵੀ ਅਜਿਹਾ ਕਰਨ ਲਈ ਕਿਹਾ, ਪਰ ਸਰਕਾਰ ਨੇ ਮੰਗਲ ਪਾਂਡੇ ਨੂੰ ਬੰਦੀ ਬਣਾਉਣ ਦਾ ਹੁਕਮ ਦਿੱਤਾ ਤਾਂ ਉਸਨੇ ਇੱਕ ਅੰਗਰੇਜ਼ ਅਫਸਰ ਨੂੰ ਗੋਲੀ ਮਾਰ ਦਿੱਤੀ, ਜਿਸ ਕਰਕੇ ਮੰਗਲ ਪਾਂਡੇ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਸੋ ਇਸ ਤਰੀਕੇ ਨਾਲ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਵੀ ਮੰਗਲ ਪਾਂਡੇ ਹੀ ਸੀ। ਸੋ ਬੜੇ ਹੀ ਸੋਹਣੇ ਢੰਗ ਨਾਲ ਤੁਸੀਂ ਮੇਨ ਪੁਆਇੰਟਸ ਜਿਹੜੇ ਬੈਰਕਪੁਰ ਦੀ ਘਟਨਾ ਦੇ ਨੇ ਹਿੰਟਸ ਦੇ ਤੌਰ 'ਤੇ ਇਹਨਾਂ ਮਾਈਂਡ ਮੈਪ ਦੇ ਵਿੱਚ ਦੱਸ ਸਕਦੇ ਹੋ। ਆਪਣੀ ਨੋਟਬੁੱਕ 'ਤੇ ਬੜਾ ਹੀ ਸੋਹਣੇ ਢੰਗ ਨਾਲ ਅਸੀਂ ਬੈਰਕਪੁਰ ਦੀ ਘਟਨਾ ਦੇ ਮੇਨ ਪੁਆਇੰਟ ਮੰਗਲ ਪਾਂਡੇ, ਉਸ ਦੀ ਮੌਤ ਔਰ ਸਭ ਕੁਝ ਕਿ ਕਿਵੇਂ ਵਾਪਰਿਆ, ਮੇਨ ਹਿੰਟਸ ਲਿਖ ਕੇ ਬਹੁਤ ਸੋਹਣਾ ਮਾਈਂਡ ਮੈਪ ਤਿਆਰ ਕਰ ਸਕਦੇ ਹਾਂ। ਇਹ ਇੱਕ ਬਹੁਤ ਹੀ ਕ੍ਰੀਏਟਿਵ ਤੇ ਬਹੁਤ ਹੀ ਵਧੀਆ ਆਈਡੀਆ ਹੈ। ਮਾਈਂਡ ਮੈਪ ਦੇ ਥਰੂ ਅਸੀਂ ਇਸ ਘਟਨਾ ਨੂੰ ਯਾਦ ਰੱਖੀਏ ਅਤੇ ਦੁਹਰਾਈ ਕਰੀਏ। ਇਸ ਤੋਂ ਅੱਗੇ ਅਸੀਂ ਦੇਖਾਂਗੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਬਾਰੇ ਲਿਖੋ। ਸੋ ਇੱਕ ਬਾਇਓਗ੍ਰਾਫੀ, ਇੱਕ ਝਾਂਸੀ ਦੀ ਰਾਣੀ ਬਾਰੇ ਉਹਦੀ ਜੀਵਨੀ ਲਿਖਣੀ ਹੋਏ ਤਾਂ ਤੁਸੀਂ ਲਿਖ ਸਕਦੇ ਹੋ। ਤੁਸੀਂ ਪਾਠ ਦੇ ਅਧਿਐਨ ਕਰਦੇ ਵਕਤ ਧਿਆਨ ਦਿੱਤਾ ਸੀ ਕਿ ਰਾਣੀ ਝਾਂਸੀ ਜਿਹੜੀ ਸੀ ਉਸਦੇ ਪੁੱਤਰ ਨੂੰ, ਜਦੋਂ ਗੋਦ ਲਏ ਹੋਏ ਪੁੱਤਰ ਨੂੰ ਅੰਗਰੇਜ਼ੀ ਸਰਕਾਰ ਨੇ ਨਹੀਂ ਸੀ ਮੰਨਿਆ ਤਾਂ ਉਹਨਾਂ ਨੇ ਝਾਂਸੀ ਰਿਆਸਤ ਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਸੀ। ਤਾਂ ਝਾਂਸੀ ਦੀ ਰਾਣੀ ਜਿਹੜੀ ਹੈ ਉਸਨੇ ਬਹੁਤ ਹੀ ਬਹਾਦਰੀ ਨਾਲ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਸੀ। ਹਾਂ, ਪਰ ਉਹ ਹਾਰ ਗਈ ਸੀ, ਸ਼ਹੀਦ ਹੋ ਗਈ ਸੀ। ਪਰ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਉਸ 'ਤੇ ਬਹੁਤ ਹੀ ਮਾਣ ਕਰਦੇ ਹਾਂ। ਉਹ ਵਾਕਈ ਹੀ ਬੜੀ ਬਹਾਦਰੀ ਨਾਲ ਲੜੀ ਸੀ। ਇਸ ਕਰਕੇ ਪਿਆਰੇ ਵਿਦਿਆਰਥੀਓ, ਤੁਸੀਂ ਯਾਦ ਰੱਖਦੇ ਹੋ
ਹਮੇਸ਼ਾ ਹੀ ਰਾਣੀ ਝਾਂਸੀ ਨੂੰ, ਔਰ ਇਸ ਬਾਰੇ ਤੁਸੀਂ ਕੁਛ ਨਾ ਕੁਝ ਸ਼ਬਦਾਂ 'ਚ, ਕੁਝ ਲਾਈਨਾਂ 'ਚ ਆਪਣੀ ਨੋਟਬੁੱਕ 'ਤੇ ਜ਼ਰੂਰ ਲਿਖੋ ਝਾਂਸੀ ਦੀ ਰਾਣੀ ਲక్ష్ਮੀ ਬਾਈ ਬਾਰੇ। ਇਸ ਤੋਂ ਅੱਗੇ ਪਿਆਰੇ ਵਿਦਿਆਰਥੀਓ, ਅਸੀਂ ਇੱਕ ਹੋਰ ਬੜੀ ਅੱਛੀ ਐਕਟੀਵਿਟੀ ਕਰ ਸਕਦੇ ਹਾਂ, ਮਾਈਂਡ ਟਾਸਕ ਕਰ ਸਕਦੇ ਹਾਂ। ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਵਾਲੇ ਪ੍ਰਮੁੱਖ ਨੇਤਾਵਾਂ ਦੇ ਚਿੱਤਰ ਇਕੱਠੇ ਕਰਕੇ ਆਪਣੀਆਂ ਕਾਪੀਆਂ ਵਿੱਚ ਲਗਾ ਸਕਦੇ ਹਾਂ। ਸੋ ਤੁਸੀਂ ਜਿਨ੍ਹਾਂ ਵੀ ਮਹਾਨ ਸ਼ਖਸੀਅਤਾਂ ਦਾ ਨਾਮ ਸੁਣਿਆ ਅਤੇ ਉਹਨਾਂ ਬਾਰੇ ਅਸੀਂ ਜਾਣਕਾਰੀ ਹਾਸਿਲ ਕੀਤੀ ਹੈ, ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖ ਕੇ, ਲੱਭ ਕੇ ਆਪਣੀ ਨੋਟਬੁੱਕ 'ਤੇ, ਕਾਪੀ 'ਤੇ ਲਗਾ ਕੇ ਉਹਨਾਂ ਬਾਰੇ ਕੁਝ ਲਿਖ ਸਕਦੇ ਹੋ। ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੋਏਗਾ। ਸਾਡੇ ਮਾਈਂਡ ਵਿੱਚ ਉਹਨਾਂ ਦੀ ਇਮੇਜ, ਉਹਨਾਂ ਦੀ ਸ਼ਕਲ ਅਤੇ ਉਹਨਾਂ ਦੇ ਕੀਤੇ ਹੋਏ ਕੰਮ ਇੱਕ ਵਾਰ ਫਿਰ ਦੁਹਰਾਈ ਦੇ ਤੌਰ 'ਤੇ ਸਾਹਮਣੇ ਆ ਜਾਣਗੇ। ਹਾਂਜੀ ਪਿਆਰੇ ਵਿਦਿਆਰਥੀਓ, ਹੁਣ ਅਸੀਂ ਆਪਣਾ ਆਖਰੀ ਮਾਈਂਡ ਟਾਸਕ ਕਰਨ ਜਾ ਰਹੇ ਹਾਂ, ਆਖਰੀ ਐਕਟੀਵਿਟੀ ਕਰਨ ਜਾ ਰਹੇ ਹਾਂ। ਇਸ ਦਾ ਨਾਮ ਹੈ ਬਹੁਵਿਕਲਪੀ ਪ੍ਰਸ਼ਨ ਉੱਤਰ MCQs। ਜੇ ਤੁਸੀਂ TV 'ਤੇ ਕਰੋੜਪਤੀ ਦੇਖਦੇ ਹੋਵੋਗੇ ਤਾਂ ਕੌਣ ਬਣੇਗਾ ਕਰੋੜਪਤੀ ਵਿੱਚ ਵੀ ਤੁਸੀਂ ਦੇਖਿਆ ਹੈ, ਅਮਿਤਾਭ ਬੱਚਨ ਜੀ ਪ੍ਰਸ਼ਨ ਪੁੱਛਦੇ ਨੇ ਅਤੇ 4 ਆਪਸ਼ਨਸ ਦਿੰਦੇ ਨੇ। ਸੋ ਮੈਂ ਵੀ ਤੁਹਾਨੂੰ ਪ੍ਰਸ਼ਨ ਪੁੱਛਾਂਗੀ, 4 ਆਪਸ਼ਨਸ ਦੇਵਾਂਗੀ, ਪਰ ਤੁਹਾਡੇ ਕੋਲ ਕੋਈ ਲਾਈਫ ਲਾਈਨ ਨਹੀਂ ਹੋਵੇਗੀ। ਸੋ ਸੋਚ ਸਮਝ ਕੇ ਤੁਸੀਂ ਜਵਾਬ ਸੋਚਣਾ ਹੈ, ਪਰ ਜਵਾਬ ਸੋਚ ਕੇ ਬਹੁਤ ਹੀ ਧਿਆਨ ਨਾਲ ਆਪਣੀ ਨੋਟਬੁੱਕ 'ਤੇ ਨੋਟ ਕਰਨਾ ਹੈ। ਸੋ ਮੇਰਾ ਪਹਿਲਾ ਪ੍ਰਸ਼ਨ ਹੈ, ਰਾਣੀ ਲక్ష్ਮੀ ਬਾਈ ਦਾ ਸੰਬੰਧ ਕਿਸ ਸਥਾਨ ਨਾਲ ਹੈ? ਰਾਣੀ ਲక్ష్ਮੀ ਬਾਈ ਦਾ ਸੰਬੰਧ ਕਿਸ ਸਥਾਨ ਨਾਲ ਹੈ? ਆਪਸ਼ਨਸ ਨੇ ਝਾਂਸੀ, ਪੂਨੇ, ਬੰਗਾਲ, ਦਿੱਲੀ। ਹਾਂਜੀ, ਇਸ ਦਾ ਜਵਾਬ ਮੈਂ ਨਹੀਂ ਦੱਸਾਂਗੀ, ਹੁਣ ਤੁਸੀਂ ਆਪ ਹੀ ਆਪਣੀ ਨੋਟਬੁੱਕ 'ਤੇ ਨੋਟ ਕਰੋਗੇ। ਸਹੀ ਜਵਾਬ ਇਸ ਦਾ ਰਾਣੀ ਲక్ష్ਮੀ ਬਾਈ ਦਾ ਸੰਬੰਧ ਕਿਸ ਸਥਾਨ ਨਾਲ ਹੈ, ਔਰ ਮੈਨੂੰ ਪਤਾ ਹੈ ਤੁਸੀਂ ਸਹੀ ਜਵਾਬ ਨੋਟ ਕਰ ਚੁੱਕੇ ਹੋ। ਅਗਲਾ ਪ੍ਰਸ਼ਨ ਹੈ, 1857 ਈਸਵੀ ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ਸੀ? ਤੇ ਤੁਹਾਡੇ ਆਪਸ਼ਨ ਨੇ ਮੇਰਠ, ਲਖਨਊ, ਪੰਜਾਬ, ਬੈਰਕਪੁਰ। ਹਾਂਜੀ, ਮੈਨੂੰ ਪਤਾ ਤੁਹਾਨੂੰ ਉੱਤਰ ਪਤਾ ਲੱਗ ਗਿਆ ਹੈ, ਕਿਉਂਕਿ ਬਹੁਤ ਵਾਰ ਬਹੁਤ ਐਕਟੀਵਿਟੀਜ਼ 'ਚ ਅਸੀਂ ਇਹ ਡਿਸਕਸ ਕਰ ਚੁੱਕੇ ਹਾਂ ਕਿ 1857 ਈਸਵੀ ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ। ਸੋ ਤੁਹਾਨੂੰ ਆਨਸਰ ਕਲੀਅਰ ਹੈ। ਅਗਲਾ ਪ੍ਰਸ਼ਨ ਹੈ, ਧਿਆਨ ਨਾਲ ਸੁਣੋ, ਕੋਈ ਲਾਈਫਲਾਈਨ ਨਹੀਂ ਹੈ, ਤੁਹਾਡਾ ਜਵਾਬ ਗਲਤ ਵੀ ਹੋ ਸਕਦਾ ਹੈ ਜੇ ਸੁਣਨ 'ਚ ਤੇ ਸਮਝਣ 'ਚ ਗਲਤੀ ਹੋ ਗਈ। ਸੋ ਪਿਆਰੇ ਵਿਦਿਆਰਥੀਓ, ਆਰ ਯੂ ਰੈਡੀ? ਅਗਲਾ ਪ੍ਰਸ਼ਨ ਹੈ, ਕਿਸ ਅੰਗਰੇਜ਼ ਨੇ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ? ਹਾਂਜੀ, ਆਪਸ਼ਨਸ ਨੇ ਲਾਰਡ ਡਲਹੌਜ਼ੀ, ਲਾਰਡ ਕਲਾਈਵ, ਲਾਰਡ ਵਿਲੀਅਮ ਬੈਂਟਿਕ, ਲਾਰਡ ਮੁਨਰੋ। ਸੋ ਤੁਸੀਂ ਨੋਟ ਕਰ ਚੁੱਕੇ ਹੋ। ਮੈਂ ਅਗਲਾ ਪ੍ਰਸ਼ਨ ਪੁੱਛਾਂਗੀ, 1857 ਈਸਵੀ ਦੇ ਤਤਕਾਲੀਨ ਕਾਰਨ ਕੀ ਸਨ? ਪਹਿਲਾ, ਈਸਾਈ ਧਰਮ ਦਾ ਪ੍ਰਚਾਰ, ਦੂਸਰਾ ਅੰਗਰੇਜ਼ਾਂ ਦੀ ਵਿਤਕਰਾ ਨੀਤੀ, ਤੀਸਰਾ ਚਰਬੀ ਵਾਲੇ ਕਾਰਤੂਸ, ਚੌਥਾ ਉਪਰੋਕਤ ਸਾਰੇ। ਸੋ ਤੁਹਾਨੂੰ ਪਤਾ ਹੀ ਹੈ, ਤੁਸੀਂ ਨੋਟ ਕਰ ਚੁੱਕੇ ਹੋ। ਅਗਲਾ ਪ੍ਰਸ਼ਨ ਹੈ, 1857 ਈਸਵੀ ਦੇ ਵਿਦਰੋਹ ਤੋਂ ਬਾਅਦ
ਗਵਰਨਰ ਜਨਰਲ ਨੂੰ ਕਿਸ ਦੀ ਉਪਾਧੀ ਦਿੱਤੀ ਗਈ? ਸ਼ੇਰ ਦੀ, ਚੇਅਰਮੈਨ, ਵਾਈਸਰਾਏ ਜਾਂ ਲਾਰਡ ਬਹਾਦਰ? ਸੋ ਥੈਂਕ ਯੂ ਸੋ ਮਚ।